ਪੁੱਤਰ ਸਾਡੇ ਸਾਹਮਣੇ ਹੋਵੇ ਅਸੀਂ ਉਹਨੂੰ ਇੱਥੇ ਹੀ ਮਾਰ ਦਈਏ ਭਾਜੀ। ਅੱਜ ਮਾਰਦਾ ਕੱਲ ਮਾਰਦਾ ਅੱਜ ਮਰੇ। ਜਦੋਂ ਸਾਡੀਆਂ ਬੱਚੀਆਂ ਇੱਥੇ ਹਸਪੀਟਲ ਤੜਫਦੀਆਂ ਸੀ ਨਾ, ਜ਼ਮੀਨ ਤੋਂ ਥੱਲੇ ਬੈੱਡ ਤੋਂ ਤਾਂ ਜਾ ਜਾ ਕੇ ਥੱਲੇ ਡਿੱਗਦੀਆਂ ਸੀ ਤੇ ਭਾਵੇਂ ਸਾਡੇ ਜ਼ਿਹਨ 'ਚ ਬਹੁਤ ਕੁਝ ਘੁੰਮਦਾ ਸੀ ਪਰ ਸਾਨੂੰ ਪਤਾ ਨਹੀਂ ਸੀ। ਬੱਚੀਆਂ ਸਾਡੀਆਂ ਬੇਗੁਨਾਹ ਸੀ, ਆ ਕੇ ਜ਼ਾਲਮ ਨੇ ਸਾੜੀਆਂ। ਤੇ ਵੱਡੀ ਬੱਚੀ ਨੂੰ ਧਮਕਾ ਕੇ ਰੱਖਦਾ ਸੀ ਤੇ ਤੂੰ ਦੱਸਣਾ ਨਹੀਂ ਤੇ ਮੈਂ ਤੇਰੇ ਭੈਣ ਭਰਾਵਾਂ ਨੂੰ ਤੇ तेरे भरा जेड़ा मुँह बोलिया बनया ਉਹਦੇ ਬੱਚਿਆਂ ਨੂੰ ਵੀ ਨੁਕਸਾਨ ਦਾਂਗਾ। अस्सलाम वालेकुम, आप टीवी से मैं हूं फैसल खान सूरी। थाना गाजियाबाद की हदूद में इंतहाई अफसोसनाक वाक़या ईद से 4 दिन पहले पेश आता है कि एक शख्स जो अपने गांव से आता है और फिर लाहौर में आके क्राइम करता है। किस तरह से करता है, एक स्टोरी आपने पहले सुनी कि 2 मासूम बच्चियों को आग में झुलसा जाता है। उनमें से एक बच्ची माफिया थी जिसकी उम्र तकरीबन 7 साल थी। उसके वालिद मोहतरम मेरे साथ मौजूद हैं। किस तरह से वक़ुआ पेश आया, क्या एहसासात हैं, क्या जज्बात हैं, किस तरह से मुलजिम को पकड़ा गया और मुलजिम ने किस तरह से माना कि हाँ ये सब मैंने ही किया, लेकिन मुलजिम के मुकर जाने की वजह क्या थी ये भी इन्हीं से जानते हैं। अंकल बताइएगा कि माफिया के साथ किसी को क्या दुश्मनी हो सकती है? 7 साल उसकी उम्र थी, ये सब क्या हुआ? ਮਾਫੀਆ ਕੇ ਸਾਥ ਭਾਜੀ ਕਿਸੇ ਦੀ ਦੁਸ਼ਮਣੀ ਨਹੀਂ ਸੀ। ਮਾਫੀਆ ਦਾ ਇਹ ਕਸੂਰ ਸੀ ਤੇ ਵੱਡੀ ਬੱਚੀ ਦੇ ਨਾਲ ਸੁੱਤੀ ਸੀ। अच्छा, ਇਹ ਗਰਮ तैयबा के साथ सोई हुई? ਹਾਂਜੀ ਤੈਬਾ ਕੇ ਸਾਥ ਸੂਈ ਸੀ। ਇੱਧਰ ਆਣ ਕੇ ਨਾ ਉਹ ਭਾਜੀ ਗਰਮੀ ਹੈ, ਬੱਤੀ ਚਲੇ ਜਾਂਦੀ, ਅਸੀਂ ਬੰਦ ਕਮਰੇ 'ਚ ਰਹਿੰਦੇ ਆ ਤੇ ਇੱਥੇ ਬੱਚੀ ਨਾਲ ਵੱਡੀ ਨਾਲ ਸੁੱਤੀ ਰਹਿੰਦੀ ਸੀ ਤੈਬਾ ਨਾਲ ਮਾਫੀਆ। ਭਾਵੇਂ ਉਸ ਦਿਨ ਆਇਆ ਜ਼ਾਲਮ ਦਾ ਬੱਚਾ, ਇਹ ਆਇਆ ਖੰਬੇ ਥਾਣੀ ਉਧਰੋਂ ਦੀ ਉਤਰਿਆ ਤੇ ਆਣ ਕੇ ਪਹਿਲੇ ਥੱਲੇ ਨੇ ਪੈਟਰੋਲ ਪਾਇਆ। ठीक आया? ਹਾਂਜੀ ਤੀਕ ਜਿਹੜਾ ਉਹਨੇ ਆਣ ਕੇ ਪਹਿਲੇ ਥੱਲੇ ਪੈਟਰੋਲ ਸੁੱਟਿਆ, ਫਿਰ ਉਹ ਬੱਚੀਆਂ ਤੇ ਸੁੱਟ ਕੇ ਤੇ ਅੱਗ ਲਾਤੀ। अच्छा, ਮੁੜ ਕੇ ਭਾਜੀ ਉਹਨੇ ਪਰਾਂ ਜੰਪ ਲਾਇਆ ਤੇ ਉਹ ਛਾਤੋਂ ਪਰਾਂ ਚਲਾ ਗਿਆ ਥੱਲੇ। ਅੱਖਾਂ 'ਚ ਆਂਸੂ ਕਿਉਂ ਹੈਗੇ ਨੇ? ਸਾਡੀਆਂ ਅੱਖਾਂ ਭਾਵੇਂ ਨਾ ਆਂਸੂ ਨਾ ਹੋਣ ਤੇ ਹੋਰ ਕੀ ਹੋਵੇ, ਸਾਡੀਆਂ ਅੱਖਾਂ 'ਚ ਤੇ ਖੂਨ ਵੀ ਉਤਰਿਆ। ਪੁੱਤਰ ਸਾਡੇ ਸਾਹਮਣੇ ਹੋਵੇ ਅਸੀਂ ਉਹਨੂੰ ਇੱਥੇ ਹੀ ਮਾਰ ਦਈਏ ਭਾਜੀ। ਅਸੀਂ ਤੇ ਚਾਹੁੰਦੇ ਉਹ ਅੱਜ ਮਾਰਦਾ ਕੱਲ ਮਾਰਦਾ ਅੱਜ ਮਰੇ। ਤੁਹਾਡੇ ਜ਼ਿਹਨ 'ਚ ਉਦੋਂ ਕੀ ਚੱਲ ਰਿਹਾ ਸੀ ਜਦੋਂ ਤੁਸੀਂ ਸਭ ਕੁਝ ਆਪਣੀ ਅੱਖਾਂ ਨਾਲ ਵੇਖ ਰਹੇ ਸੀ? ਸਾਡੇ ਜ਼ਿਹਨ 'ਚ ਬੜਾ ਕੁਝ ਚੱਲ ਰਿਹਾ ਸੀ। ਜਦੋਂ ਸਾਡੀਆਂ ਬੱਚੀਆਂ ਇੱਥੇ ਹਸਪੀਟਲ ਤੜਫਦੀਆਂ ਸੀ ਨਾ, ਜ਼ਮੀਨ ਤੋਂ ਥੱਲੇ ਬੈੱਡ ਤੋਂ ਤਾਂ ਜਾ ਜਾ ਕੇ ਥੱਲੇ ਡਿੱਗਦੀਆਂ ਸੀ ਤੇ ਭਾਵੇਂ ਸਾਡੇ ਜ਼ਿਹਨ 'ਚ ਬਹੁਤ ਕੁਝ ਘੁੰਮਦਾ ਸੀ ਪਰ ਸਾਨੂੰ ਪਤਾ ਨਹੀਂ ਸੀ। ਸਾਨੂੰ ਪਤਾ ਲੱਗਾ, ਸਾਡੇ ਮਹੱਲੇ ਦੇ ਬੱਚਿਆਂ ਨੇ ਦੱਸਿਆ ਵੀ ਉਸ ਦਿਨ ਰਾਤ ਅਸੀਂ ਇਹਨੂੰ ਚੜ੍ਹਦਿਆਂ ਖੰਭੇ ਤੇ ਦੇਖਿਆ। ਫਿਰ ਭਾਵੇਂ ਅਸੀਂ ਪੁਲਿਸ ਨੂੰ ਵੀ ਕਿਹਾ, ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ। ਅੱਛਾ, ਕਿ ਮੁੱਕਰ ਗਿਆ ਸੀ ਕਿ ਮੈਂ ਨਹੀਂ ਮਾਰਿਆ? ਉਹ ਮੁੱਕਰ ਗਿਆ ਸੀ। ਕੀ ਕਹਿੰਦਾ ਸੀ? ਉਹ ਕਹਿੰਦਾ ਸੀ ਜੀ ਮੈਂ ਨੇ ਕੀਤਾ, ਤੁਹਾਡੇ ਮਹੱਲੇਦਾਰ ਨੇ ਕੀਤਾ, ਇਹ ਫਲਾਣ ਢੀਂਗ। ਆਪਣੇ ਪਿੰਡ ਚਲਾ ਗਿਆ ਸੀ? ਹਾਂਜੀ ਉਹ ਪਿੰਡ ਪਹੁੰਚ ਗਿਆ। ਕਿਹੜੀ ਜਗ੍ਹਾ? ਇਹ ਭਾਜੀ ਛਾਂਗੇ ਮਾਂਗੇ ਦੇ ਕੋਲ ਉਹਦਾ ਪਿੰਡ ਏ। ਅੱਛਾ, ਉਹ ਤੇ ਸਾਡੀ ਫਿਰ ਵੱਡੀ ਬੱਚੀ ਨੇ, ਉਹਦੇ ਭਰਾ ਨੇ ਜਿਹੜਾ ਉਹਦੇ ਵੱਡਾ ਭਰਾ ਸੀ ਤੀਕ ਦਾ, ਉਹਨੇ ਪੁੱਛਿਆ ਵੀ ਤੂੰ ਕਿੱਧਰੋਂ ਆਇਆ ਇੱਥੇ। ਭਾਜੀ ਜਦੋਂ ਬੱਚੀਆਂ ਨੂੰ ਮਾਰਨ ਆਇਆ ਉਦੋਂ ਉਹਨੇ ਟਰੋਜ਼ਰ ਤੇ ਸ਼ਰਟ ਪਾਈ ਸੀ। ਇਹ ਬੱਚਿਆਂ ਨੇ ਦੇਖਿਆ ਮਹੱਲੇ ਦਿਆਂ ਨੇ। ਮੁੜ ਕੇ ਭਾਜੀ ਉੱਥੇ ਜਾ ਕੇ ਉਹਨੇ ਸੂਟ ਬਦਲ ਲਿਆ। ਉਹ ਬੱਚੀ ਵੱਡੀ ਨੇ ਤੇ ਉਹਦੇ ਆਦਮੀ ਨੇ ਪੁੱਛਿਆ ਵੀ ਤੂੰ ਕਿੱਥੋਂ ਆਇਆ? ਉਹ ਕਹਿੰਦਾ ਜੀ ਮੈਂ ਇਸ ਤਰ੍ਹਾਂ ਗਿਆ, ਮੈਚ ਖੇਡਦਾ ਆਇਆ, ਇੰਜ ਕਰਦਾ ਆਇਆ। ਤੇ ਭਾਵੇਂ ਨੇ ਕਿਸੇ ਵੀ ਨਹੀਂ ਮੈਚ ਖੇਡਣ ਗਿਆ, ਸਿੱਧਾ ਬੱਚੀਆਂ ਨੂੰ ਮਾਰਨ ਆਇਆ। ਆਪਣੇ ਮੂੰਹੋਂ ਮੰਨਿਆ। ਤੇ ਮੈਂ ਉੱਥੋਂ ਤੁਰਿਆ ਟਿਊਟੇ ਤੇ ਆਣ ਕੇ ਠੋਕਰ ਉਤਰਿਆ, ਠੋਕਰੋਂ ਬੰਦ ਰਕਸ਼ੇ ਤੇ ਬੈਠਾ ਵਾਂ ਤੇ ਧਰਮਪੁਰੇ ਉਤਰਿਆ। ਧਰਮਪੁਰੇ ਭਾਜੀ ਚਿੰਨ ਰਕਸ਼ੇ ਤੇ ਬੈਠਾ ਤੇ ਇੱਥੇ ਆਣ ਕੇ ਉਤਰਿਆ 4 ਨੰਬਰ ਗੇਟ ਤੇ। ਇਹ ਸਾਰਾ ਬਿਆਨ ਉਹਨੇ ਆਪ ਖੁਦ ਦਿੱਤਾ। ਤੇ ਭਾਈ ਨੇ ਬੱਚੀਆਂ ਦੀ ਖਬਰ ਲੈਣ ਵੀ ਹਸਪਤਾਲ ਗਿਆ ਸੀ ਫਿਰ? ਹਾਂਜੀ ਭਾਈ ਨੇ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਨਾ ਬਾਜੀ ਸ਼ਨਾਜ ਨੇ ਤੇ ਵੀ ਆਪਣੀ ਵੱਡੀ ਬੇਟੀ ਨੂੰ ਤੇ ਤੈਬਾ ਸੜ ਗਈ ਏ ਤੇ ਨਾਲ ਮਾਫੀਆ ਸੜ ਗਈ ਤੇ ਪਹੁੰਚ ਜਾਓ ਦਵਾ। ਇਹ ਭਾਈ ਨੇ ਫਿਰ ਉਹਨਾਂ ਦੇ ਨਾਲ ਹੀ ਆਇਆ ਬਹਿ ਕੇ। ਇਹਨੇ ਸਾਨੂੰ ਇੰਜ ਮੋਮਕਾਰ ਛੱਡਿਆ ਵੀ ਜਿਵੇਂ ਮੈਂ ਵਿੱਚ ਮੁਜਰਮ ਹੈਗਾ ਹੀ ਨਹੀਂ ਆ, ਕੁਝ ਕੀਤਾ ਹੀ ਨਹੀਂ। ਹਾਂਜੀ ਮੈਂ ਕੁਝ ਕੀਤਾ ਹੀ ਨਹੀਂ। ਇਹ ਵੱਡੀ ਬੱਚੀ ਦੇ ਕੋਲ ਜਿਹੜਾ ਵੀ ਕੋਈ ਜਾਂਦਾ ਸੀ ਇਹ ਵੱਡੀ ਬੱਚੀ ਨੂੰ ਧਮਕਾ ਕੇ ਰੱਖਦਾ ਸੀ ਤੇ ਤੂੰ ਦੱਸਣਾ ਨਹੀਂ ਤੇ ਮੈਂ ਤੇਰੇ ਭੈਣ ਭਰਾਵਾਂ ਨੂੰ ਤੇ ਤੇਰੇ ਭਰਾ ਜਿਹੜਾ ਮੂੰਹ ਬੋਲਿਆ ਬਣਿਆ ਉਹਦੇ ਬੱਚਿਆਂ ਨੂੰ ਵੀ ਨੁਕਸਾਨ ਦਾਂਗਾ। ਤੁਹਾਡੇ ਕਿੰਨੇ ਬੱਚੇ ਨੇ? ਮੇਰੇ ਭਾਈ 6 ਬੱਚੇ ਸੀ, ਇੱਕ ਬੱਚੀ ਫੌਤ ਹੋ ਗਈ ਜਿਹੜੀ ਮਾਫੀਆ। ਹੁਣ 5 ਬੱਚੇ ਨੇ, 2 बेटियां ने। माँ जी उस टाइम से रो रही हैं जब से यहाँ पे बैठी हैं। माँ जी आपके आंसुओं का तो मुझे पता है, उनका दर्द तकलीफ़ मैं समझ सकता हूँ। क्या कहना चाहेंगी अपनी बेटी के बारे में? ਸਾਨੂੰ ਬਸ ਇਨਸਾਫ ਚਾਹੀਦਾ, ਹੋਰ ਕੁਛ ਨਹੀਂ। ਬੱਚੀਆਂ ਸਾਡੀਆਂ ਬੇਗੁਨਾਹ ਸੀ, ਆ ਕੇ ਜ਼ਾਲਮ ਨੇ ਸਾੜੀਆਂ। ਆਹੋ
ਸਾਨੂੰ ਇਨਸਾਫ ਹੀ ਬਸ ਚਾਹੀਦਾ, ਹੋਰ ਕੁਝ ਨਹੀਂ। ਇਹਨੂੰ ਫਾਂਸੀ ਦੇ ਤਖਤੇ ਤੇ ਚੜਾਓ। ਘੂਮ ਤੇ ਪੰਜਾਬ ਸਾਡੀ ਪੰਜਾਬ ਮਦਦ ਕਰੇ। ਤੁਹਾਡੇ ਆਂਸੂ ਨਹੀਂ ਰੁਕਦੇ ਪਏ, ਬੇਟੀ ਅੱਖਾਂ ਦੇ ਸਾਹਮਣੇ ਆਂਦੀ। ਰਾਤ ਰਾਤ ਦੇ ਰੋਂਦੇ ਪਿੱਟਦੇ, ਬੇਗੁਨਾਹ ਸਾਡੇ ਬੱਚੇ। ਇਧਰੋਂ ਆ ਆਹੋ ਬੇਗੁਨਾਹ ਸਾਡੀਆਂ ਬੱਚੀਆਂ ਸੀ, ਉਹਨਾਂ ਦਾ ਤਾਂ ਕੋਈ ਗੁਨਾਹ ਹੀ ਨਹੀਂ ਸੀ। मुझे ਬੇਵਾ ਔਰਤ ਤੇ ਭਾਜੀ अल्फाज नहीं मिल रहे कि आखिर में क्या कहा जाए। जब इंसान पे शैतान हावी हो जाता है तो फिर इसी तरह के इकदामात उठाता है। किस तरह से हिम्मत आ जाती है क्राइम करते हुए कि एक शख्स आया और उसने देखा भी नहीं कि मासूम बच्ची हैं, कोई ज़्यादा उम्रें नहीं है, या तो हो ना कोई 30 साल 40 साल पुरानी दुश्मनियाँ चल रही हैं, तो बंदे को थोड़ा सब्र आ जाता है। जिसकी 7 साल बच्ची गई हो, उस बेचारे को क्या सब्र आएगा। वो मेहनत मजदूरी करता है, अपने बच्चों का पेट पालता है, बाहर जाता है तो बच्चों के लिए, घर आता है तो बच्चों के लिए। बच्ची दुनिया से चली जाए अचानक से, और हादसाती तौर पे भी नहीं, एक शख्स जानबूझ के मार दे, उस बाप पे क्या गुजरेगी। मैं उम्मीद करता हूँ कि मुलजिम का मौक़िफ़ मैं आपके सामने ज़रूर रख सकूँ, उससे जानेंगे कि उसने ऐसा क्यों किया था, क्या उस पे उसके दिमाग में चल रहा था। ये सब कुछ उससे भी जानने की कोशिश करेंगे। इसी के साथ इजाज़त चाहूँगा। अल्लाह ने के बाद।